ਪਾਠ ਸ਼੍ਰੀਮਦ ਭਗਵਤ ਗੀਤਾ ਤੀਜੇ ਅਧਿਆਏ ਦਾ ਮਹਾਤਮ। ਨਾਰਾਇਣ ਜੀ ਬੋਲੇ, ਹੇ ਲਕਸ਼ਮੀ, ਇੱਕ ਸ਼ੂਦਰ ਮਹਾਮੂਰਖ ਇਕੱਲਾ ਹੀ ਇੱਕ ਜੰਗਲ ਵਿੱਚ ਰਹਿੰਦਾ ਸੀ। ਡੰਡੀ ਵੱਡੇ ਅਨਰਥਾਂ ਨਾਲ ਉਸ ਨੇ ਬਹੁਤ ਸਾਰਾ ਧਨ ਇਕੱਠਾ ਕੀਤਾ। ਡੰਡੀ ਕਿਸੇ ਕਾਰਨ ਨਾਲ ਉਹ ਸਾਰਾ ਧਨ ਜਾਂਦਾ ਰਿਹਾ। ਡੰਡੀ ਹੁਣ ਉਹ ਸ਼ੂਦਰ ਬੜਾ ਚਿੰਤਤ ਰਹਿਣ ਲੱਗਾ। ਡੰਡੀ ਕਿਸੇ ਕੋਲੋਂ ਪੁੱਛਦਾ, ਅਜਿਹਾ ਉਪਾਅ ਦੱਸੋ ਕਿ ਧਰਤੀ ਵਿੱਚ ਧਨ ਹੋਵੇ, ਮੈਂ ਕੱਢ ਲਵਾਂ। ਡੰਡੀ ਕਿਸੇ ਨੂੰ ਕਹਿੰਦਾ, ਕੋਈ ਸੁਰਮਾ ਦੱਸੋ ਜਿਸ ਨੂੰ ਅੱਖ ਵਿੱਚ ਪਾ ਕੇ ਧਰਤੀ ਦਾ ਪਦਾਰਥ ਕੱਢ ਲਵਾਂ। ਤਾਂ ਕਿਸੇ ਨੇ ਕਿਹਾ, ਮਾਸ ਸ਼ਰਾਬ ਖਾਇਆ ਪੀਆ ਕਰ। ਡੰਡੀ ਉਹ ਇਹ ਖੋਟਾ ਕਰਮ ਕਰਨ ਲੱਗਿਆ, ਚੋਰੀ ਕਰਨ ਲੱਗਾ। ਡੰਡੀ ਇੱਕ ਦਿਨ ਧਨ ਦੀ ਲਾਲਸਾ ਨਾਲ ਚੋਰੀ ਕਰਨ ਗਿਆ। ਡੰਡੀ ਰਸਤੇ ਵਿੱਚ ਚੋਰਾਂ ਨੇ ਮਾਰ ਦਿੱਤਾ। ਡੰਡੀ ਬਾਅਦ ਵਿੱਚ ਉਸਨੇ ਪ੍ਰੇਤ ਦੀ ਯੋਨੀ ਪ੍ਰਾਪਤ ਕੀਤੀ। ਡੰਡੀ ਉਹ ਪ੍ਰੇਤ ਯੋਨੀ ਵਿੱਚ ਉਸਨੂੰ ਬੜਾ ਦੁੱਖ ਹੋਇਆ। ਡੰਡੀ ਇੱਕ ਬੋੜ ਦੇ ਦਰਖਤ ਉੱਤੇ ਰਾਤ ਦਿਨ ਚੀਖਦਾ ਰਹਿੰਦਾ ਕਿ ਕੋਈ ਅਜਿਹਾ ਵੀ ਹੈ ਜਿਹੜਾ ਮੈਨੂੰ ਇਸ ਨੀਚ ਦੇ ਤੋਂ ਛੁਡਾਵੇ। ਡੰਡੀ ਕੁਝ ਹੀ ਸਮੇਂ ਬਾਅਦ ਸ਼ੂਦਰ ਦੀ ਇਸਤਰੀ ਤੋਂ ਪੁੱਤਰ ਪੈਦਾ ਹੋਇਆ। ਡੰਡੀ ਜਦੋਂ ਉਸਦਾ ਪੁੱਤਰ ਵੱਡਾ ਹੋਇਆ ਤਾਂ ਇੱਕ ਦਿਨ ਆਪਣੀ ਮਾਤਾ ਤੋਂ ਪੁੱਛਿਆ, ਮੇਰੇ ਪਿਤਾ ਜੀ ਕੀ ਵਪਾਰ ਕਰਦੇ ਸੀ ਅਤੇ ਦੇਹਾਂਤ ਕਿਵੇਂ ਹੋਇਆ? ਤਾਂ ਉਸਦੀ ਮਾਂ ਨੇ ਕਿਹਾ, ਬੇਟਾ, ਤੇਰੇ ਪਿਤਾ ਦੇ ਕੋਲ ਪਦਾਰਥ ਬਹੁਤ ਸੀ, ਐਵੇਂ ਹੀ ਜਾਂਦਾ ਰਿਹਾ। ਉਹ ਧਨ ਦੇ ਚਲੇ ਜਾਣ ਨਾਲ ਬਹੁਤ ਚਿੰਤਤ ਰਹਿਣ ਲੱਗੇ। ਡੰਡੀ ਇੱਕ ਦਿਨ ਧਨ ਦੀ ਲਾਲਸਾ ਨਾਲ ਚੋਰੀ ਕਰਨ ਗਏ। ਡੰਡੀ ਪਰੰਤੂ ਰਸਤੇ ਵਿੱਚ ਚੋਰਾਂ ਨੇ ਉਹਨਾਂ ਨੂੰ ਮਾਰ ਦਿੱਤਾ। ਤਾਂ ਉਸਨੇ ਕਿਹਾ, ਹੇ ਮਾਤਾ, ਕੀ ਉਸਦੀ ਗਤੀ ਕਰਵਾਈ ਸੀ? ਤਾਂ ਮਾਤਾ ਨੇ ਕਿਹਾ, ਨਹੀਂ। ਡੰਡੀ ਫਿਰ ਕਿਹਾ, ਹੇ ਮਾਤਾ, ਉਸਦੀ ਗਤੀ ਕਰਾਉਣੀ ਚਾਹੀਦੀ ਹੈ। ਡੰਡੀ ਉਸਨੇ ਕਿਹਾ, ਚੰਗੀ ਗੱਲ ਹੈ। ਤਾਂ ਪੰਡਤਾਂ ਕੋਲੋਂ ਪੁੱਛਣ ਗਿਆ ਅਤੇ ਪ੍ਰਾਰਥਨਾ ਕੀਤੀ, ਹੇ ਸੁਆਮੀ, ਮੇਰੇ ਪਿਤਾ ਇੱਕ ਦੇਸ਼ਾਂ ਵਿੱਚ ਜਾ ਕੇ ਮੌਤ ਨੂੰ ਪ੍ਰਾਪਤ ਹੋਇਆ ਹੈ। ਡੰਡੀ ਉਹਨਾਂ ਦਾ ਕਲਿਆਣ ਕਿਸ ਤਰ੍ਹਾਂ ਹੋਵੇਗਾ? ਤਾਂ ਪੰਡਤਾਂ ਨੇ ਕਿਹਾ, ਗਿਆ ਜੀ ਜਾ ਕੇ ਉਸ ਦਾ ਸ਼ਰਾਧ ਕਰੋ ਅਤੇ ਤੇਰੇ ਪਿਤਰਾਂ ਦਾ ਕਲਿਆਣ ਹੋਵੇਗਾ। ਡੰਡੀ ਇਹ ਸੁਣ ਕੇ ਉਸਨੇ ਮਾਤਾ ਤੋਂ ਆਗਿਆ ਲੈ ਕੇ ਗਿਆ ਨੂੰ ਗਮਨ ਕੀਤਾ। ਡੰਡੀ ਪ੍ਰਯਾਗਰਾਜ ਦਾ ਦਰਸ਼ਨ ਇਸ਼ਨਾਨ ਕਰਕੇ ਫਿਰ ਅੱਗੇ ਨੂੰ ਚੱਲਿਆ। ਡੰਡੀ ਰਸਤੇ ਵਿੱਚ ਇੱਕ ਦਰਖਤ ਦੇ ਹੇਠਾਂ ਬੈਠਿਆ। ਡੰਡੀ ਉਸਨੂੰ ਬਹੁਤ ਡਰ ਲੱਗਿਆ। ਉਹ ਹੀ ਜਗ੍ਹਾ ਸੀ ਜਿੱਥੇ ਉਸਦਾ ਪਿਤਾ ਪ੍ਰੇਤ ਦੀ ਯੋਨੀ ਵਿੱਚ ਪ੍ਰਾਪਤ ਹੋਇਆ ਸੀ। ਡੰਡੀ ਉਸੇ ਹੀ ਜਗ੍ਹਾ 'ਤੇ ਚੋਰਾਂ ਨੇ ਉਸ ਨੂੰ ਮਾਰਿਆ ਸੀ। ਤਾਂ ਉਸ ਲੜਕੇ ਨੇ ਆਪਣਾ ਗੁਰੂ ਮੰਤਰ ਪੜ੍ਹਿਆ। ਉਸ ਦਾ ਇੱਕ ਹੋਰ ਵੀ ਨਿਯਮ ਸੀ, ਉਹ ਇੱਕ ਅਧਿਆਇ ਸ਼੍ਰੀ ਗੀਤਾ ਜੀ ਦਾ ਨਿੱਤ ਪਾਠ ਕਰਦਾ ਹੁੰਦਾ ਸੀ। ਡੰਡੀ ਉਸ ਦਿਨ ਉਸਨੇ ਸ਼੍ਰੀ ਗੀਤਾ ਜੀ ਦੇ ਤੀਜੇ ਅਧਿਆਇ ਦਾ ਪਾਠ ਉਸ ਦਰਖਤ ਦੇ ਹੇਠਾਂ ਬੈਠ ਕੇ ਕੀਤਾ। ਉਹ ਉਸ ਦੇ ਪਿਤਾ ਨੇ ਪ੍ਰੇਤ ਦੀ ਯੋਨੀ ਵਿੱਚ ਸੁਣ ਕੇ ਉਸਦੀ ਪ੍ਰੇਤ ਦੇ ਛੁੱਟ ਗਈ। ਡੰਡੀ ਦੇਵ ਦੇ ਭਾਈ ਸਵਰਗ ਤੋਂ ਵਿਮਾਨ ਆਇਆ। ਡੰਡੀ ਉਹ ਵਿਮਾਨ ਉੱਤੇ ਚੜ੍ਹ ਕੇ ਉਸਦੇ ਸਾਹਮਣੇ ਆ ਕੇ ਆਸ਼ੀਰਵਾਦ ਦਿੱਤਾ ਅਤੇ ਕਿਹਾ, ਹੇ ਪੁੱਤਰ, ਮੈਂ ਤੇਰਾ ਪਿਤਾ ਹਾਂ ਜਿਹੜਾ ਮਰ ਕੇ ਪ੍ਰੇਤ ਹੋਇਆ ਸੀ। ਡੰਡੀ ਇਸ ਤੇਰੇ ਪਾਠ ਕਰਨ ਨਾਲ ਮੇਰੀ ਇਹ ਦੇਹ ਹੋਈ। ਡੰਡੀ ਹੁਣ ਮੇਰਾ ਕਲਿਆਣ ਹੋਇਆ। ਡੰਡੀ ਤੇਰੀ ਕਿਰਪਾ ਨਾਲ ਸਵਰਗ ਨੂੰ ਜਾਂਦਾ ਹਾਂ। ਡੰਡੀ ਹੁਣ ਤੂੰ ਗਿਆ ਜੀ ਵਿੱਚ ਆਪਣੀ ਖੁਸ਼ੀ ਨਾਲ ਜਾ। ਡੰਡੀ ਇੰਨਾ ਸੁਣ ਕੇ ਪੁੱਤਰ ਨੇ ਕਿਹਾ, ਹੇ ਪਿਤਾ ਜੀ, ਕੋਈ ਹੋਰ ਹੁਕਮ ਕਰੋ ਜੋ ਮੈਂ ਤੁਹਾਡੀ ਸੇਵਾ ਕਰਾਂ। ਤਾਂ
ਉਸ ਦੇਵ ਦੇ ਨੇ ਕਿਹਾ, ਵੇਖ ਮੇਰੀਆਂ 7 ਪੀੜ੍ਹੀਆਂ ਦੇ ਪਿੱਤਰ ਨਰਕ ਵਿੱਚ ਪਏ ਹਨ, ਬੜੇ ਦੁਖੀ ਹਨ। ਹੁਣ ਤੂੰ ਸ਼੍ਰੀ ਗੀਤਾ ਜੀ ਦੇ 3 ਅਧਿਆਇ ਦਾ ਪਾਠ ਕਰਕੇ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਪ੍ਰਦਾਨ ਕਰ ਡੰਡੀ। ਇਹਨਾਂ ਵਚਨ ਕਹਿ ਕੇ ਉਹ ਦੇਵ ਦੇਹੀ ਸਵਰਗ ਨੂੰ ਗਿਆ ਤਾਂ ਉਸ ਲੜਕੇ ਨੇ ਉੱਥੇ 3 ਅਧਿਆਇ ਦਾ ਪਾਠ ਕੀਤਾ ਡੰਡੀ। ਸਾਰਿਆਂ ਪਿੱਤਰਾਂ ਨੂੰ ਪੁੰਨ ਦੇ ਕੇ ਵੈਕੁੰਠਗਾਮੀ ਕੀਤਾ ਤਾਂ ਰਾਜਾ ਧਰਮਰਾਜ ਕੋਲ ਯਮਦੂਤ ਨੇ ਜਾ ਕੇ ਕਿਹਾ, ਹੇ ਰਾਜਾ ਜੀ, ਨਰਕ ਵਿੱਚ ਤਾਂ ਬਹੁਤ ਸਾਰੇ ਲੋਕ ਹਨ ਡੰਡੀ। ਨਰਕ ਵਿੱਚ ਤਾਂ ਉਜਾੜਾ ਪੈ ਗਿਆ ਹੈ ਡੰਡੀ। ਜਿਹੜਾ ਕੋਈ ਜਨਮਾਂ ਤੱਕ ਪਾਪ ਕਰਮੀ ਸਨ, ਉਹਨਾਂ ਨੂੰ ਵਿਮਾਨਾਂ ਉੱਤੇ ਬਿਠਾ ਕੇ ਸ਼੍ਰੀ ਠਾਕੁਰ ਜੀ ਦੇ ਪਾਰਸ਼ਦ ਸੇਵਕ ਲੈ ਗਏ ਹਨ ਡੰਡੀ। ਇੰਨਾ ਸੁਣਦਿਆਂ ਹੀ ਧਰਮਰਾਜ ਉੱਠ ਕੇ ਸ਼੍ਰੀ ਨਾਰਾਇਣ ਜੀ ਦੇ ਕੋਲ ਗਏ ਡੰਡੀ। ਉੱਥੇ ਜਾ ਕੇ ਰਾਜਾ ਨੇ ਹੱਥ ਜੋੜ ਕੇ ਕਿਹਾ, ਹੇ ਤਰਲੋਕੀ ਨਾਥ, ਜਿਹੜੇ ਜੀਵ ਜਨਮ ਜਮਾਂਤਰਾਂ ਦੇ ਪਾਪੀ ਸਨ, ਉਹਨਾਂ ਨੂੰ ਤੁਹਾਡੇ ਪ੍ਰਸਾਦ ਸੇਵਕ ਵਿਮਾਨਾਂ ਉੱਤੇ ਚੜ੍ਹਾ ਕੇ ਵੈਕੁੰਠ ਨੂੰ ਲੈ ਗਏ ਹਨ ਡੰਡੀ। ਹੁਣ ਨਰਕ ਵਿੱਚ ਯਾਤਰਾ ਭੋਗਣ ਦਾ ਦੰਡ ਕਿਸ ਨੂੰ ਦਈਏ? ਤਾਂ ਸ਼੍ਰੀ ਨਾਰਾਇਣ ਜੀ ਨੇ ਬਹੁਤ ਖੁਸ਼ ਹੋ ਕੇ ਕਿਹਾ, ਧਰਮਰਾਜ, ਤੂੰ ਦੁਖੀ ਨਾ ਹੋ, ਤੂੰ ਆਪਣੇ ਮਨ ਵਿੱਚ ਬੁਰਾ ਨਾ ਮੰਨ। ਮੈਂ ਤੈਨੂੰ ਇੱਕ ਬਿਰਤਾਂਤ ਸੁਣਾਉਂਦਾ ਹਾਂ, ਇਸ ਲਈ ਸੁਣ। ਇਹ ਜੀਵ ਪਾਪੀ ਸਨ, ਇਹਨਾਂ ਦਾ ਕੋਈ ਪਿਛਲਾ ਧਰਮ ਉਦੈ ਹੋਇਆ ਹੈ ਡੰਡੀ। ਉਸ ਦੇ ਨਾਲ ਆਪਣੇ ਧਰਮ ਦੁਆਰਾ ਕੋਈ ਮਹਾਪਾਪੀ ਜੀਵ ਵੈਕੁੰਠ ਨੂੰ ਗਏ ਹਨ ਅਤੇ ਇਹ ਇੱਕ ਆਗਿਆ ਮੈਂ ਤੈਨੂੰ ਦਿੰਦਾ ਹਾਂ, ਜੋ ਜੀਵ ਸ਼੍ਰੀ ਗੀਤਾ ਜੀ ਦਾ ਪਾਠ ਕਰੇ ਜਾਂ ਸੁਣੇ ਜਾਂ ਕੋਈ ਕਿਸੇ ਨੂੰ ਪਾਠ ਕੀਤੇ ਦਾ ਫਲ ਦਾਨ ਕਰੇ, ਉਹਨਾਂ ਜੀਵਾਂ ਨੂੰ ਤੂੰ ਕਦੇ ਵੀ ਨਰਕ ਨਾ ਦੇਣਾ ਡੰਡੀ। ਇੰਨਾ ਸੁਣਦਿਆਂ ਧਰਮਰਾਜ ਆਪਣੀ ਪੁਰੀ ਨੂੰ ਆ ਕੇ ਆਪਣੇ ਜਮਦੂਤਾਂ ਨੂੰ ਬੁਲਾ ਕੇ ਕਿਹਾ, ਹੇ ਜਮਦੂਤੋ, ਜੋ ਪ੍ਰਾਣੀ ਸ਼੍ਰੀ ਗੀਤਾ ਜੀ ਦਾ ਪਾਠ ਕਰੇ ਜਾਂ ਸੁਣੇ ਜਾਂ ਪਾਠ ਕੀਤੇ ਦਾ ਕਿਸੇ ਨੂੰ ਫਲ ਦਾਨ ਕਰੇ, ਉਸ ਪ੍ਰਾਣੀ ਨੂੰ ਕਦੇ ਵੀ ਨਰਕ ਵਿੱਚ ਨਾ ਸੁੱਟਣਾ ਡੰਡੀ। ਜਿਹੜਾ ਜੀਵ ਸ਼੍ਰੀ ਗੀਤਾ ਜੀ ਦਾ ਪਾਠ ਕਰੇ, ਉਸ ਫਲ ਦਾ ਕਿੱਥੋਂ ਤੱਕ ਕਹੀਏ, ਕਹਿਣ ਵਿੱਚ ਨਹੀਂ ਆ ਸਕਦਾ। ਤਾਂ ਸ਼੍ਰੀ ਨਾਰਾਇਣ ਜੀ ਨੇ ਕਿਹਾ, ਹੇ ਲਕਸ਼ਮੀ, ਇਹ 3 ਅਧਿਆਇ ਦਾ ਫਲ ਮੈਂ ਤੈਨੂੰ ਕਿਹਾ ਹੈ, ਸੋ ਤੂੰ ਸੁਣਿਆ ਹੈ ਡੰਡੀ। ਸਮਾਪਤ।